ਪਿਆਰੇ ਵਿਦਿਆਰਥੀਓ, ਪਿਛਲੇ ਲੈਕਚਰ ਵਿੱਚ ਤੁਸੀਂ ਬਹੁਪਦਾਂ ਦੇ ਸਿਫਰਾਂ, ਬਹੁਪਦਾਂ ਦੇ ਸਿਫਰਾਂ ਦੇ ਜਮਾਇਤੀ ਅਰਥ ਯਾਨੀ ਕਿ ਜਿਓਮੈਟ੍ਰੀਕਲ ਮੀਨਿੰਗ ਆਫ ਦ ਜ਼ੀਰੋਜ਼ ਆਫ ਅ ਪੋਲੀਨੋਮੀਅਲ, ਕਿਸੇ ਬਹੁਪਦ ਦੇ ਸਿਫਰਾਂ ਅਤੇ ਗੁਣਾਂਕਾਂ ਵਿੱਚ ਸੰਬੰਧ ਬਾਰੇ ਯਾਨੀ ਕਿ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਦ ਕੋਫੀਸ਼ੀਐਂਟ ਆਫ ਅ ਪੋਲੀਨੋਮੀਅਲ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ। ਜਿਵੇਂ ਕਿ ਬਹੁਪਦ ਦੀ ਸਿਫਰ ਕੀ ਹੁੰਦੀ ਹੈ? ਬਹੁਪਦ ਦੀ ਸਿਫਰ ਉਹ ਹੁੰਦੀ ਹੈ, ਚੱਲ ਦਾ ਉਹ ਮੁੱਲ ਹੁੰਦਾ ਹੈ ਜਿਸ ਲਈ ਬਹੁਪਦ ਦਾ ਮੁੱਲ ਸਿਫਰ ਹੁੰਦਾ ਹੈ। ਤੁਸੀਂ ਜਾਣਦੇ ਹੋ ਕਿ ਕਿਸੇ ਬਹੁਪਦ ਦੇ ਸਿਫਰ ਉਹਨਾਂ ਬਿੰਦੂਆਂ ਦੇ x ਨਿਰਦੇਸ਼ਾਂਕ ਹਨ ਜਿੱਥੇ ਬਹੁਪਦ ਨੂੰ ਨਿਰੂਪਿਤ ਕਰਨ ਵਾਲਾ ਗ੍ਰਾਫ x ਧੁਰੇ ਨੂੰ ਕੱਟਦਾ ਹੈ। ਜਾਂ ਸਿੱਧੀ ਭਾਸ਼ਾ 'ਚ ਆਪਾਂ ਇੰਝ ਕਹੀਏ ਕਿ ਜੇਕਰ ਦਿੱਤਾ ਗਿਆ ਗ੍ਰਾਫ ਬਹੁਪਦ ਦਾ ਗ੍ਰਾਫ ਹੈ ਤੇ ਉਹ x ਧੁਰੇ ਨੂੰ ਜਿੰਨੀ ਵਾਰ ਕੱਟਦਾ ਹੈ ਉਹ ਉਨੀਆਂ ਸਿਫਰਾਂ ਬਹੁਪਦ ਦੀਆਂ ਹੁੰਦੀਆਂ ਹਨ। ਆਓ ਹੁਣ ਆਪਾਂ ਇਸ ਚੈਪਟਰ ਦੀ ਤੁਰਾਈ ਕੁਝ ਸਵਾਲਾਂ ਦੇ ਨਾਲ ਕਰੀਏ। ਬਹੁਪਦ ਬਹੁਪਦ ਦੇ ਵਿੱਚ ਅੱਜ ਆਪਾਂ ਅਭਿਆਸ 2.1 ਦਾ ਪਹਿਲਾ ਸਵਾਲ ਦੇਖਦੇ ਹਾਂ। ਇਹਦੇ 6 ਭਾਗ ਹਨ। ਸਵਾਲ ਕੀ ਕਹਿੰਦਾ ਹੈ ਕਿ ਕਿਸੇ ਬਹੁਪਦ px ਦੇ ਲਈ y ਬਰਾਬਰ px ਦਾ ਆਲੇਖ ਦਿੱਤਾ ਗਿਆ ਹੈ। ਹਰ ਇੱਕ ਸਥਿਤੀ ਵਿੱਚ px ਦੇ ਸਿਫਰਾਂ ਦੀ ਗਿਣਤੀ ਪਤਾ ਕਰੋ। ਆਓ ਇਸ ਦਾ ਪਹਿਲਾ ਭਾਗ ਦੇਖੀਏ। ਆਪਾਂ ਨੂੰ ਗ੍ਰਾਫ ਇਸ ਤਰੀਕੇ ਨਾਲ ਦਿੱਤਾ ਗਿਆ ਹੈ। x ਧੁਰਾ, y ਧੁਰਾ ਤੇ ਗ੍ਰਾਫ ਇਹ ਦਿੱਤਾ ਹੈ। ਬੱਚਿਓ ਦੱਸ ਸਕਦੇ ਹੋ ਕਿ ਇਹ ਕਿਹੜਾ ਗ੍ਰਾਫ ਹੈ? ਇਹ ਰੇਖੀ ਬਹੁਪਦ ਦਾ ਗ੍ਰਾਫ ਹੈ। ਹੁਣ ਜਿਵੇਂ ਕਿ ਮੈਂ ਦੱਸਿਆ ਕਿ ਕਿਸੇ ਬਹੁਪਦ ਦਾ ਗ੍ਰਾਫ ਜਿੰਨੀ ਵਾਰ x ਧੁਰੇ ਨੂੰ ਕੱਟੇਗਾ ਉਸ ਦੀਆਂ ਉਨੀਆਂ ਹੀ ਸਿਫਰਾਂ ਹੋਣਗੀਆਂ। ਕੀ ਇਸ ਵਿੱਚ ਗ੍ਰਾਫ x ਧੁਰੇ ਨੂੰ ਕੱਟ ਰਿਹਾ ਹੈ? ਨਹੀਂ, x ਧੁਰਾ ਨੂੰ ਗ੍ਰਾਫ ਨਹੀਂ ਕੱਟ ਰਿਹਾ। ਇਸ ਕਰਕੇ ਇਸ ਬਹੁਪਦ ਦੇ ਯਾਨੀ ਕਿ ਇਸ ਆਲੇਖ ਦਾ ਜੋ ਬਹੁਪਦ ਹੈ, ਠੀਕ, ਉਸ ਦੇ ਸਿਫਰਾਂ ਦੀ ਗਿਣਤੀ ਕਿੰਨੀ ਹੋ ਜਾਵੇਗੀ? 0 ਹੋ ਜਾਵੇਗੀ। ਬਹੁਪਦ px ਦੇ ਸਿਫਰਾਂ ਦੀ ਗਿਣਤੀ ਇਸ ਆਲੇਖ ਦੀ 0 ਹੋ ਜਾਵੇਗੀ। ਆਓ ਹੁਣ ਇੱਕ ਸਵਾਲ ਆਪਾਂ ਹੋਰ ਇਸ ਦਾ ਭਾਗ ਦੇਖਦੇ ਹਾਂ। ਪੰਜਵਾਂ ਭਾਗ ਦੇਖੀਏ। ਇਸ ਦਾ ਗ੍ਰਾਫ ਕੁਝ ਇੰਝ ਹੈ। ਹਾਂਜੀ, ਕੁਝ ਇਸ ਤਰੀਕੇ ਨਾਲ ਇਸ ਦਾ ਗ੍ਰਾਫ ਹੈ। ਇਹ ਜਿਹੜੀ ਬਹੁਪਦ ਦਾ ਗ੍ਰਾਫ ਦਿੱਤਾ ਗਿਆ ਹੈ ਉਸ ਦੀਆਂ ਕਿੰਨੀਆਂ ਸਿਫਰਾਂ ਹੋਣਗੀਆਂ? ਕਿਉਂਕਿ ਇਹ ਗ੍ਰਾਫ
x ਧੁਰੇ ਨੂੰ ਕੱਟ ਰਿਹਾ ਹੈ, ਪਰ ਕਿੰਨੀ ਵਾਰ ਕੱਟ ਰਿਹਾ ਹੈ? आओ देखिए, एक बार, दो बार, तीन बार, चार बार। तो इस बहुपद px दे सिफरां दी गिनती कितनी होगी? चार। चार गिनती होगी। तो बड़ा ही सौखा सवाल, बड़ा ही इंपोर्टेंट सवाल, एक नंबर दे विच लाजमी पूछा जाता है। इस दे बाकी कुछ सवाल, हाँ जी, एक सवाल होर आपां इहदा देखिए भी मान लो कोई ग्राफ इसका जिवें आपां हुण आपां इहनूं मिटा दईए, इसका आपां 6वां भाग देखिए। ग्राफ कुछ इस तरीके नाल दिता गया है। विद्यार्थियों, इस ग्राफ दे विच जो ये बहुपद का ग्राफ दिता गया है, इस विच बहुपद का जो ग्राफ है वो एक्स धुरे नूं कट रहा है? कट नहीं रहा, कट रहा है इत्थे, पर इत्थे छू रहा है। तो फिर की इस नूं बहुपद दी सिफर कहांगे? हाँ, जेकर ग्राफ छूंदा भी है तो आपां उसनूं एक सिफर मन्नांगे। तो इस बहुपद दे सिफरां दी गिनती कितनी हो जाएगी? एक, दो, तीन, एक, दो, तीन, कितनी हो जाएगी? तीन। बच्चों, बहुत ही सौखा पहली अभ्यास, जिस विच सिर्फ इन्ना ही दसना है कि px दे जो बहुपद दिता गया है px, ओदा जो ग्राफ दिता गया है उहदे अनुसार उहदियां सिफरां कितनियां हन। तां आपां 3 सवाल डिस्कस कीते हैं, बाकी दे 3 सवाल तुसी आप अभ्यास करनी है। आओ हुण प्रश्नावली 2.2 विच चलिए बच्चों, ठीक। प्रश्नावली 2.2 2.2 की कहती है, जिवें कि तुसी पिछले लैक्चर विच जानिया कि बहुपदां दे सिफरां अते गुणांकां दे विच कुछ संबंध हुंदा है। जिवें मान लो यह एक दो घाती बहुपद है जिस विच a0 के बराबर नहीं है, क्योंकि जे a0 के बराबर हो जाएगा तो a दो पदी ना रह के, दो घाती बहुपद ना रह के एक घाती बहुपद रह जाएगी। इस करके a का 0 ना होना इत्थे लाजमी है। तो गुणांक कौन हन? यह गुणांक हन। यह की हन? गुणांक। यह की हन? गुणांक। ते सिफरां इसदियां कितनियां हो सकदियां हन? दो घाती बहुपद ने, वध तो वध सिफरां इस दियां दो हो सकदियां ने, जिन्हां नूं आपां नाम दे दिंदे हां
ਐਲਫਾ ਬੀਟਾ। ਹੁਣ ਇਹਨਾਂ ਵਿਚਕਾਰ ਇੱਕ ਸੰਬੰਧ ਹੁੰਦਾ ਹੈ, ਜਿਵੇਂ ਤੁਸੀਂ ਪਿਛਲੇ ਲੈਕਚਰ ਵਿੱਚ ਦੇਖਿਆ। ਕੀ ਸੰਬੰਧ ਹੁੰਦਾ ਹੈ? ਸਿਫਰਾਂ ਦਾ ਜੋੜ ਅਤੇ ਸਿਫਰਾਂ ਦੀ ਗੁਣਾ ਕਿਹਦੇ ਬਰਾਬਰ ਹੁੰਦੀ ਹੈ? ਕਿਹਦੇ ਬਰਾਬਰ ਹੁੰਦੀ ਹੈ? ਮਾਈਨਸ ਇਹ ਲੱਗਿਆ ਹੀ ਰਹੇਗਾ x ਦੀ 2 ਦਾ ਗੁਣਾ, x ਦਾ ਗੁਣਾਂਕ ਬਟਾ ਦੇ ਵਿੱਚ x ਦੀ ਘਾਤ 2 ਦਾ ਗੁਣਾਂਕ। ਇਸੇ ਤਰੀਕੇ ਨਾਲ ਇਹਨੂੰ ਅੱਗੇ ਆਪਾਂ ਕੀ ਲਿਖ ਸਕਦੇ ਹਾਂ? ਹੁਣ x ਦਾ ਗੁਣਾਂਕ ਕੌਣ ਹੈ? ਜੇਕਰ ਇਹਦੀ ਪਰਿਭਾਸ਼ਾ ਇਹ ਦੋ ਘਾਤੀ ਸਮੀਕਰਨ ਇੱਕ ਆਮ ਸਮੀਕਰਨ ਇਸ ਨੂੰ ਮੰਨੀਏ ਤਾਂ x ਦਾ ਗੁਣਾਂਕ ਕੌਣ ਹੈ? b। x ਦੀ 2 ਦਾ ਗੁਣਾਂਕ ਕੌਣ ਹੈ? a। ਤਾਂ ਫਾਰਮੂਲਾ ਆਪਣੇ ਕੋਲ ਕੀ ਬਣ ਗਿਆ? -b ਬਟਾ a। ਹਾਂ, ਅਚਲ ਪਦ बटा x ਦੀ 2 ਦਾ ਗੁਣਾਂਕ c। अचल पद कौन है? c। x ਦੀ 2 ਦਾ सेम ਉਹੀ ਜੋ ਉੱਪਰ ਸੀ a। ਆਪਣੇ ਕੋਲ ਇਹ ਫਾਰਮੂਲਾ ਬਣ ਗਿਆ। ਇਹ ਹੈ ਸਿਫਰਾਂ, ਇਹ ਨੇ ਗੁਣਾਂਕ। ਜੇਕਰ ਆਪਾਂ ਨੂੰ ਕੋਈ ਬਹੁਪਦ ਦੇ ਦਿੱਤੀ ਜਾਂਦੀ ਹੈ, ਜੇ ਦੇ ਦਿੱਤੀ ਜਾਂਦੀ ਹੈ ਤਾਂ ਆਪਾਂ ਗੁਣਾਂਕ ਪਤਾ ਕਰ ਸਕਦੇ ਹਾਂ, ਤੇ ਜੇਕਰ ਗੁਣਾਂਕ ਪਤਾ ਹੋ ਗਏ ਤਾਂ ਸਿਫਰਾਂ ਦਾ ਜੋੜ ਤੇ ਸਿਫਰਾਂ ਦੀ ਗੁਣਾ ਵੀ ਪ੍ਰਾਪਤ ਹੋ ਜਾਵੇਗੀ। आओ देखिए किस तरीके ना। हाँ जी, आओ एक उदाहरण के नाल समझिए। उदाहरण दूसरी। हाँ जी, दूसरी उदाहरण, दो घाती बहुपद आपां नूं दिती गई है, x की घात 2 जमा 7x जमा 10। यह बहुपद दे कहंदे जी सिफर पता करो ਅਤੇ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਜਾਂਚ ਕਰੋ। ਤਾਂ ਪਹਿਲਾਂ ਆਪਾਂ ਇਸ ਫਾਰਮੂਲੇ ਨੂੰ ਆਪਾਂ ਦੇਖਦੇ ਹਾਂ, ਫਿਰ ਆਪਾਂ ਇਹਨਾਂ ਦੇ ਸਿਫਰਾਂ ਕੱਢ ਕੇ ਉਹਨਾਂ ਦੀ ਜਾਂਚ ਵੀ ਕਰ ਲਾਂਗੇ। ਤਾਂ ਇਸ ਮੁਤਾਬਕ ਇਹਦੀਆਂ ਕਿੰਨੀਆਂ ਸਿਫਰਾਂ ਹੋਣੀਆਂ ਚਾਹੀਦੀਆਂ ਹਨ? 2। ਕਿਹੜੀਆਂ ਕਿਹੜੀਆਂ? ਮੰਨ ਲਓ ਐਲਫਾ ਤੇ ਬੀਟਾ, ਇਸ ਬਹੁਪਦ ਦੀਆਂ ਕੀ ਹਨ? 2 ਸਿਫਰਾਂ। ਤੇ ਇਹਦੇ ਗੁਣਾਂਕ ਕੌਣ ਹਨ? a ਕੌਣ ਹੈ? ਜੇ ਆਪਾਂ ਇਹਨੂੰ ਇਹਦੇ ਨਾਲ ਕੰਪੇਅਰ ਕਰੀਏ ਜਾਂ ਇਹਦੇ ਨਾਲ ਤੁਲਨਾ ਕਰੀਏ ਤਾਂ a ਬਰਾਬਰ 1, b ਬਰਾਬਰ 7, c ਬਰਾਬਰ ਕਿੰਨਾ ਆ ਗਿਆ? 10। ਤਾਂ ਇਸ ਫਾਰਮੂਲੇ ਮੁਤਾਬਕ a ਜਮਾ b यानी कि ਸਿਫਰਾਂ ਦਾ ਜੋੜ ਕਿਸ ਦੇ ਬਰਾਬਰ ਆ ਜੂ? ਆਪਣੇ ਕੋਲ ਕੀ ਫਾਰਮੂਲਾ ਹੈ? -b ਬਟਾ a -b, माइनस लगे ही रहना है। b का मुल कितना है? 7। a का मुल कितना है इत्थे अपने कोले? 1। तो बराबर किंदे आ गया? -7 दे। a गुणा b बराबर किदे है? c बटा a दे। तां c इत्थे कितना है अपने कोले? 10 ते a का मुल कितना है? 1। 10 बटा 1 मतलब बराबर 10। तो सिफरां दा जोड़ कितना आ गया? -7। सिफरां दी गुणा किदे बराबर आ गई? 10। हुण एक किवें पता लगे कि ये सही है, इसकी जांच किवें करनी है? जांच हुण आपां इस बहुपद दीयां सिफरां पता करांगे। इस बहुपद दीयां जो सिफरां आणगियां वो एल्फा ते बीटा होणगियां। उन्हां सिफरां दा जोड़ देखांगे कि इन्ना आ रहा है ਤੇ ਉਹਨਾਂ ਸਿਫਰਾਂ ਦੀ ਗੁਣਾ ਦੇਖਾਂਗੇ ਕਿ ਇੰਨੀ ਆ ਰਹੀ ਹੈ। ਤਾਂ ਆਓ ਇਸ ਦੀਆਂ ਸਿਫਰਾਂ ਪਤਾ ਕਰੀਏ। ਹੁਣ ਆਪਾਂ ਜਾਣਦੇ ਹਾਂ ਕਿ ਕਿਸੇ ਬਹੁਪਦ ਦੀ ਸਿਫਰ ਉਸ ਦੇ ਚੱਲ ਦਾ ਉਹ ਮੁੱਲ ਹੁੰਦਾ ਹੈ ਜਿਸ ਲਈ ਇਹ ਸਾਰਾ ਬਹੁਪਦ ਦਾ ਮੁੱਲ ਕਿੰਨਾ ਆਵੇ? 0।
ਹੁਣ ਆਪਾਂ ਨੂੰ ਇਸ ਦੀਆਂ ਸਿਫਰਾਂ ਪਤਾ ਕਰਨ ਲਈ ਇਸ ਬਹੁਪਦ ਨੂੰ ਕਿਸ ਦੇ ਬਰਾਬਰ ਰੱਖਣਾ ਪਵੇਗਾ, 0 ਦੇ ਬਰਾਬਰ ਰੱਖਣਾ ਪਵੇਗਾ। ਤਾਂ ਆਓ ਪਿਛਲੀਆਂ ਕਲਾਸਾਂ 'ਚ ਤੁਸੀਂ ਇਸ ਦੇ ਗੁਣਨਖੰਡ ਬਣਾਉਣੇ ਸਿੱਖੇ ਹਨ। ਕਿਵੇਂ ਬਣਾਉਂਦੇ ਆ ਆਪਾਂ ਗੁਣਨਖੰਡ? ਤਾਂ ਅਜਿਹੇ ਦੋ ਸੰਖਿਆਵਾਂ ਲੈਣੀਆਂ ਹੈ ਜਿਨ੍ਹਾਂ ਦੀ ਗੁਣਾ ਕੀ ਹੁੰਦੀ ਹੈ, ਇਸ ਨੂੰ ਤੇ ਇਸ ਨੂੰ ਗੁਣਾ ਕਰਕੇ ਪਲੱਸ ਦਾ 10 ਆਵੇ। ਅਜਿਹੇ ਦੋ ਨੰਬਰ, ਠੀਕ ਹੈ, ਜਿਸ ਨੂੰ ਗੁਣਾ ਕਰਨ ਤੇ ਕਿੰਨਾ ਆਵੇ, ਪਲੱਸ ਦਾ 10, ਗੁਣਾ ਕਰਨ ਤੇ ਕਿੰਨਾ ਆਵੇ, ਪਲੱਸ ਦਾ 10, ਅਤੇ ਜੋੜ ਕਰਨ ਤੇ ਕਿੰਨਾ ਆਵੇ, ਪਲੱਸ ਦਾ 7। ਵੈਰੀ ਸਿੰਪਲ। ਜੇਕਰ ਦੋਵਾਂ ਪਾਸੇ ਜਮਾ ਦਾ ਨਿਸ਼ਾਨ ਹੁੰਦਾ ਹੈ ਤਾਂ ਇਹਦਾ ਮਤਲਬ ਉਹ ਦੋਵੇਂ ਸੰਖਿਆਵਾਂ ਧਨਾਤਮਕ ਹੋਣਗੀਆਂ। ਤਾਂ ਅਜਿਹੇ ਦੋ ਨੰਬਰ ਕਿਹੜੇ ਹਨ, 4 ਤੇ 3। ਦੇਖੋ ਸੌਰੀ 5 ਤੇ 2, ਠੀਕ ਹੈ, 5 ਤੇ 2 ਦੀ ਗੁਣਾ ਕਰਾਂਗੇ ਤਾਂ ਕਿੰਨਾ ਆਏਗਾ, 10, ਪਲੱਸ ਦਾ 5 ਪਲੱਸ ਦਾ 2, ਤੇ ਜੇਕਰ ਦੋਵਾਂ ਦਾ ਜੋੜ ਕਰ ਦਿਆਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਵੇਗਾ, 7। ਤਾਂ ਇਸ ਦੇ ਜਿਹੜੇ ਗੁਣਨਖੰਡ ਵਾਸਤੇ ਜਿਹੜੇ ਆਪਾਂ ਨੂੰ ਦੋ ਸੰਖਿਆਵਾਂ ਚਾਹੀਦੀਆਂ ਹਨ ਉਹ ਕਿਹੜੀਆਂ ਹਨ, 5 ਅਤੇ 2। 5x ਜਮਾ 2x ਜਮਾ 10। ਹੁਣ ਇਹਨਾਂ ਦੋ ਦੇ ਵਿੱਚੋਂ ਸਾਂਝਾ ਕੱਢ ਲਈਏ। x ਜਮਾ 5 ਤੇ ਇਹਨਾਂ ਦੋ ਦੇ ਵਿੱਚੋਂ ਆਪਾਂ ਸਾਂਝਾ ਕੱਢ ਲਈਏ। ਹਾਂਜੀ, x ਜਮਾ 2, ਇਹਨਾਂ ਵਿੱਚੋਂ ਇਹ ਸਾਂਝਾ ਕੱਢਾਂਗੇ ਤਾਂ ਇੱਕ ਆ ਜਾਏਗਾ x ਜਮਾ 5। ਤਾਂ x ਦੇ ਦੋ ਮੁੱਲ ਆ ਜਾਣਗੇ ਆਪਣੇ ਕੋਲੇ, -2 ਤੇ -5। ਇਹ ਕੀ ਆ ਗਈ ਆਪਣੇ ਕੋਲੇ, ਦੋ ਸਿਫਰਾਂ। ਹੁਣ ਜੇਕਰ ਆਪਾਂ ਇਹਨਾਂ ਦਾ ਜੋੜ ਕਰਦੇ ਹਾਂ ਤਾਂ -2 -5 -7, ਜੋ ਕਿ ਆਪਾਂ ਇੱਥੇ ਨਿਕਾਲ ਕੇ ਦੇਖਿਆ ਸੀ। ਐਲਫਾ ਜਮਾ ਬੀਟਾ, ਐਲਫਾ ਗੁਣਾ ਬੀਟਾ, यानी कि दो सिफरा दी गुणा, -2 गुणा -5, 5 दूनी 10, गुणा दे विच किन्ने माइनस हैं, 2, तां प्लस। तो देखो दो सिफरा दी गुणा किन्नी आई सी अपने कोले, 10। ये आपां इह संबंधां दे नाल कढिया सीगा, ये आपां उस दी जांच कीती है ते बिल्कुल जिहड़ी कि दुरुस्त पाई गई है। ठीक है बच्चों, ਇਸੇ ਤਰੀਕੇ ਨਾਲ ਆਪਾਂ ਨੂੰ ਜੇਕਰ ਬਹੁਪਦ ਦੀਆਂ ਸਿਫਰਾਂ ਦਾ ਜੋੜ ਅਤੇ ਬਹੁਪਦ ਦੇ ਸਿਫਰਾਂ ਦੀ ਗੁਣਾ ਦੇ ਦਿੱਤੀ ਜਾਵੇ ਤੇ ਜੇ ਆਪਾਂ ਬਹੁਪਦ ਲੱਭਣੀ ਹੋਵੇ ਤਾਂ ਫਿਰ ਆਓ ਦੇਖੀਏ ਕਿ ਉਸ ਨੂੰ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ। हाँ जी, आओ प्रश्नावली 2.2 ਦੇ दूसरे सवाल का लास्ट भाग करिए। की कहता है, एक दो घाती बहुपद पता करो, पता करना है जिस दे सिफरां दा जोड़ अते गुणनफल अपन की दिता है 4 अते 1, यानी कि सिफरां एक दो घाती बहुपद आप बनानी है जिहदियां सिफरां दो घाती बहुपद है, तो मतलब दो सिफरां ओदियां आप मान लीए, एक एल्फा एक बीटा, जिहदे च कि एल्फा मान लो दो घाती बहुपद दियां सिफरां
अल्फा ਅਤੇ बीटा ਹਨ। ठीक है, ਤਾਂ अल्फा जमा बीटा अपन की देता है 4 ਤੇ अल्फा गुणा बीटा कितना देता है 1। ਤੇ ਜੇਕਰ ਬਹੁਪਦ ਬਣਾਣੀ ਹੋਵੇ ਤਾਂ ਇੱਕ ਬੜਾ ਹੀ ਸੌਖਾ ਜਿਹਾ ਫਾਰਮੂਲਾ ਹੈ x ਦੀ 2 ਮਾਈਨਸ जो ਇਹ ਮੁੱਲ ਦਿੱਤਾ है x, कोई भी चल ले सकते हैं, जरूरी नहीं है कि x लेना है y लेना है, लेकिन लेना इको चल है। और इथे अल्फा गुना बीटा ये बहुपद बन जाएगी। हाँ जी, x की 2 माइनस 4x जमा 1 ਤਾਂ ਲੋੜੀਂਦੀ ਬਹੁਪਦ ਜਿਸ ਦੇ ਵਿੱਚ ਉਸ ਦੀਆਂ ਸਿਫਰਾਂ ਦਾ ਜੋੜ 4 ਹੋਵੇ, ਸਿਫਰਾਂ ਦੀ ਗੁਣਾ 1 ਹੋਵੇ, ਉਹ ਇਹ ਹੈ। ਕਿਹੜੀ ਹੈ? x ਦੀ 2 ਮਾਈਨਸ 4x ਪਲੱਸ 1। आओ ਹੁਣ ਇੱਕ ਉਦਾਹਰਨ ਆਪਾਂ ਹੋਰ ਦੇਖਦੇ ਹਾਂ ਜਿਸ ਦੇ ਵਿੱਚ ਆਪਾਂ ਬਹੁਪਦ ਦੀ ਸਿਫਰਾਂ ਦਾ ਮੁੱਲ ਕੱਢਣ ਲਈ ਆਪਾਂ ਸਰਬ ਸਮਤਾ ਦਾ प्रयोग करांगे। आओ देखिए, हाँ जी, आओ आओ बच्चों ਆਪਾਂ ਹੁਣ ਉਦਾਹਰਨ 3 ਦੇਖਦੇ ਹਾਂ। ਉਦਾਹਰਨ 3 ਕੀ ਕਹਿੰਦੀ ਹੈ? बहुपद x ਦੀ ਘਾਤ 2 ਮਾਈਨਸ 3 ਦੇ ਸਿਫਰ ਪਤਾ ਕਰੋ ਤੇ ਫਿਰ ਉਹਦੀਆਂ ਜੋ ਸਿਫਰਾਂ ਅਤੇ ਇਹਦੇ ਜੋ ਗੁਣਾਂਕ ਹਨ ਉਹਨਾਂ ਦੀ ਜਾਂਚ ਕਰੋ ਕਿ ਉਹ ਸਹੀ ਰਿਲੇਸ਼ਨ ਹੈ। तो चलो ਆਪਾਂ ਉਸੇ ਤਰੀਕੇ ਨਾਲ ਹੀ ਕਰਦੇ ਹਾਂ ਜਿਵੇਂ ਆਪਾਂ ਉਦਾਹਰਨ 1 ਕੀਤੀ ਸੀਗੀ ਵੀ ਪਹਿਲਾਂ ਆਪਾਂ ਇਹਦੇ ਗੁਣਾਂਕਾਂ ਤੇ ਸਿਫਰਾਂ ਵਿਚਕਾਰ ਸੰਬੰਧ ਦੇਖਦੇ ਹਾਂ। ਇਸ ਨੂੰ ਇਸ ਨਾਲ ਤੁਲਨਾ ਕਰਨ ਤੇ देखो a ਦਾ ਮੁੱਲ ਕਿੰਨਾ ਆਊਗਾ 1, b ਦਾ ਮੁੱਲ ਕਿੰਨਾ ਆਊਗਾ ਹੈ ਨਹੀਂ, x ਇਹਦੇ ਚ ਹੈ ਨਹੀਂ, मतलब b ਦਾ ਮੁੱਲ ਕਿੰਨਾ ਹੈ 0। अचल पद कितना आ जाएगा माइनस। हुण इस दियां दो सिफरां हो सकदियां हन। मान लो बहुपद x दी 2 माइनस 3 दियां सिफरां अल्फा ਅਤੇ बीटा ਹਨ। तो देखो अल्फा जमा बीटा अपने को की फार्मूला सीगा माइनस बी बटा ए। ਹੁਣ देखो b है ही नहीं, 0 है, 0 बटा 1 मतलब 0 ਨੂੰ ਜਿਹਦੇ ਨਾਲ ਵੀ ਭਾਗ ਕਰਾਂਗੇ ਉਹ 0 ਉੱਤਰ ਆਊਗਾ। 0 ਕਿਸੇ ਨਾਲ ਭਾਗ ਨਹੀਂ ਹੋ ਸਕਦੀ। ਇਹ 0 ਨੂੰ ਆਪਾਂ 1 ਨਾਲ ਭਾਗ ਕਰ ਰਹੇ ਹਾਂ ਤਾਂ यानी कि उत्तर अपना कितना आ जाएगा 0। अल्फा गुना बीटा यानी कि दो सिफरां दी गुना किहदे बराबर हुंदी है अपन पता ही है फार्मूला c बटा a, c माइनस 3 बटा a 1 माइनस। ਇਹ ਆਪਾਂ ਸਿਫਰਾਂ ਦਾ ਜੋੜ ਅਤੇ ਗੁਣਾਂਕਾਂ ਦੇ ਜੋ ਸੰਬੰਧ ਹੈ ਉਸ ਦੇ ਵਿੱਚੋਂ ਆਪਾਂ ਇਹ ਜਾਣਕਾਰੀ ਹਾਸਲ ਕੀਤੀ ਹੈ। ਆਓ ਹੁਣ ਇਸ ਦੀਆਂ ਸਿਫਰਾਂ ਪਤਾ ਕਰੀਏ। ਹੁਣ ਸਿਫਰਾਂ ਪਤਾ ਕਰਨ ਲਈ
ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਉਹ ਮੁੱਲ ਕੱਢਣੇ ਹਨ ਬਹੁਪਦ ਦੇ ਜਿਹੜੇ ਕਿ ਇਸ ਨੂੰ ਸਾਰੀ ਬਹੁਪਦ ਨੂੰ 0 ਬਣਾ ਦੇਣ। ਤਾਂ ਯਾਨੀ ਕਿ ਸਾਰੀ ਬਹੁਪਦ ਨੂੰ 0 ਰੱਖ ਦਾਂਗੇ ਤਾਂ ਆਪਾਂ ਉਹ x ਦੇ ਮੁੱਲ ਕੱਢ ਲਾਂਗੇ ਕਿਹੜੇ ਹਨ। ਇੱਥੇ ਆਪਾਂ ਥੋੜਾ ਜਿਹਾ ਇਹਨੂੰ ਚੇਂਜ ਕਰੀਏ, 3 ਨੂੰ ਆਪਾਂ ਵਰਗਮੂਲ 3 ਲਿਖ ਕੇ ਉਹਦੀ ਘਾਤ 2 ਕਰ ਦਿੰਦੇ ਆ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਵਰਗ ਅਤੇ ਵਰਗਮੂਲ ਕੱਟੇ ਜਾਂਦੇ ਹਨ ਤਾਂ ਉਹ ਮੁੱਲ 3 ਹੀ ਆ ਜਾਂਦਾ ਹੈ। ਤਾਂ ਆਪਾਂ ਸਰਵਸਮਤਾ ਵੱਲ ਧਿਆਨ ਦਈਏ ਕਿ ਆਪਾਂ ਇੱਕ ਸਰਵਸਮਤਾ ਦੀ ਵਰਤੋਂ ਕਰਦੇ ਰਹਿੰਦੇ ਆ ਅਕਸਰ ਹੀ। a ਦੀ ਘਾਤ 2 ਮਾਈਨਸ b ਦੀ ਘਾਤ 2 a ਜਮਾ b ਗੁਣਾ a ਮਾਈਨਸ b। ਇੱਕ ਵਾਰੀ ਜੇਕਰ ਘਾਤ 2 ਹੈ ਦੋਵਾਂ ਪਾਸੇ a ਤੇ b ਵੱਖਰੇ ਵੱਖਰੇ ਹਨ, ਵਿੱਚ ਮਾਈਨਸ ਦਾ ਨਿਸ਼ਾਨ ਹੈ ਤੇ ਆਪਾਂ ਇਸ ਸਰਵਸਮਤਾ ਦਾ ਪ੍ਰਯੋਗ ਕਰਦੇ ਹਾਂ। ਤਾਂ ਉਸ ਅਕੋਰਡਿੰਗ a x ਹੈ, b ਜਿਹੜਾ ਹੈ ਉਹ ਵਰਗਮੂਲ 3 ਹੈ, ਤਾਂ ਇੱਕ ਵਾਰੀ ਇਹਨਾਂ ਦਾ ਜੋੜ ਹੋ ਜਾਣਾ ਹੈ ਗੁਣਾ ਇੱਕ ਵਾਰੀ ਇਹਨਾਂ ਦੀ ਘਟਾਓ ਹੋ ਜਾਣੀ ਹੈ ਬਰਾਬਰ 0। यानी कि x ਦੇ 2 ਮੁੱਲ ਆ ਜਾਣਗੇ, ਇੱਕ ਆ ਜਾਊਗਾ a उधर जाके माइनस हो जाना है माइनस वर्गमूल 3, a उधर जाके प्लस हो जाना है प्लस वर्गमूल 3। यानी कि इन्हां विचों एक अल्फा आ गई एक बीटा आ गई। अल्फा ते बीटा का जोड़ वर्गमूल माइनस वर्गमूल 3 प्लस वर्गमूल 3 कट के कितना आ गया 0, जो कि इत्थे भी कितना आ रहा सी 0। हाँ जी, ते अल्फा गुना बीटा, अल्फा गुना बीटा, अल्फा हाँ जी अल्फा माइनस वर्गमूल 3 गुना वर्गमूल 3। वर्गमूल 3 कोई भी संख्या आपस में जिन्नी बारी गुना हुंदी है ਉਹ ਉਹਦਾ उन्नी घात बन जाती है। इत्थे वर्गमूल 3 कितनी बारी गुना हो रहा है 2 बारी, तो वर्गमूल 3 की घात कितनी होगी 2। तो मैं पहला भी दसिया कि वर्गमूल नाल की हो जाता है कट जाता है। उत्तर कितना आ गया -3। इत्थे देखो जदों आपां सिफरां दी गुणा गुणांकां दे संबंध नाल कढी सी तो कितनी आई सी -3, ते जदों आपां सिफर कढ के फिर ओहदी गुणा कीती फिर कितना उत्तर आया -3। तां ਇਹਦਾ मतलब जो आपां ਇਹਦੀ ਗੁਣਾਂਕਾਂ ਦੇ ਵਿਚਕਾਰ ਗੁਣਾਂਕਾਂ ਤੇ ਸਿਫਰਾਂ ਦੇ ਵਿਚਕਾਰ जो संबंधां ਦੀ सच्चाई ਜਿਹੜੀ है वो आपां पता कर ली है कि यह बिल्कुल ठीक है। हाँ जी, अच्छा बच्चों, कि आपां जिस तरीके नाल दो घाती बहुपद दे सिफरां दी सच्चाई गुणांकां ते सिफरां दी सच्चाई पता कीती है कि जेकर 3 घाती बहुपद होवे ताकि ਉਹ सच्चाई ਜਿਹੜੀ सिफरां ਅਤੇ ਗੁਣਾਂਕਾਂ ਵਿਚਕਾਰ ਸੰਬੰਧ ਦੀ ਸੱਚਾਈ ਜਿਹੜੀ ਹੈ ਉਹ ਕੀ ਬਰਕਰਾਰ ਰਹਿੰਦੀ ਹੈ। जी हाँ, बिल्कुल बरकरार रहती है। पर ਉਹਦੇ ਵਿੱਚ ਆਪਾਂ ਮੰਨ ਲਓ ਆਪਾਂ ਇੱਕ 3 ਘਾਤੀ ਬਹੁਪਦ ਜਦੋਂ ਲੈਂਦੇ ਹਾਂ आओ एक 3 घाती बहुपद लईए। 3 घाती बहुपद का मतलब जिहदी जिस बहुपद दे विच चल दी अधिकतम घात जिहड़ी है वो 3 होवे। 3 घाती बहुपद ax की 3 bx की 2 cx जमा d वही a0 ना होवे क्योंकि फिर 2 घाती बहुपद बन जाऊगी। हाँ जी,
ਤਾਂ ਇਸ ਦੀਆਂ ਸਿਫਰਾਂ ਕਿੰਨੀਆਂ ਹੋ ਸਕਦੀਆਂ ਹਨ? ਇੱਕ ਐਲਫਾ, ਇੱਕ ਬੀਟਾ, ਇੱਕ ਗਾਮਾ। ਤਿੰਨ ਮੈਕਸਿਮਮ ਹੋ ਸਕਦੀਆਂ ਹਨ, ਜ਼ਿਆਦਾ ਤੋਂ ਜ਼ਿਆਦਾ, ਤਾਂ ਇਸ ਕਰਕੇ ਤਿੰਨ। ਹੁਣ ਇਹਦਾ ਦੇ ਗੁਣਾਂਕਾਂ ਦੀ ਸੱਚਾਈ ਜਿਹੜੀ ਹੈ ਉਹ ਐਲਫਾ ਜਮਾ ਬੀਟਾ ਜਮਾ ਗਾਮਾ ਕਿਹਦੇ ਬਰਾਬਰ ਹੋਏਗਾ? -b/a। ਤੇ ਉਹਨਾਂ ਦੀ ਗੁਣਾ ਕਿਹਦੇ ਬਰਾਬਰ ਹੋਊਗੀ? d/a। ਫਿਰ ਹੁਣ ਇਹ c ਦਾ ਕੀ ਕੰਮ ਹੈ? ਤਾਂ ਇਹਦੇ ਵਿੱਚ ਐਲਫਾ ਬੀਟਾ ਦੋ ਦੋ ਕਰਕੇ ਗੁਣਾ ਜਿਹੜੀ ਹੈ ਉਹ ਆਏਗੀ, ਉਹ ਕਿੰਨੀ ਆ ਜਾਏਗੀ? c/a। ਹੁਣ ਇੱਥੇ ਦੇਖੀਏ ਵੀ ਇੱਥੇ ਆਪਾਂ ਜਦੋਂ ਕੀਤਾ -b/a ਆਇਆ, ਮਾਈਨਸ ਪਲੱਸ c/a ਮਾਈਨਸ d/a। ਇੱਥੋਂ ਯਾਦ ਰੱਖਣਾ ਹੈ ਕਿ ਇੱਥੇ ਮਾਈਨਸ ਆਏਗਾ। ਠੀਕ ਹੈ, ਇਹ ਬੱਚੋ ਦੱਸਣਾ ਇੱਥੇ ਜ਼ਰੂਰੀ ਹੈ। ਠੀਕ ਹੈ, ਤਾਂ ਜੋ ਇਸ ਦੇ ਵਿੱਚੋਂ ਕੋਈ ਪ੍ਰਸ਼ਨ ਆ ਜਾਏ ਤਾਂ ਤੁਸੀਂ ਘਬਰਾਓ ਨਾ। ਠੀਕ ਹੈ, ਹਾਂਜੀ, ਧੰਨਵਾਦ।